हाँ जी प्यारे साथियों, सत श्री अकाल साਰਿਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਤੇ ਅੱਜ ਦੀ ਕਲਾਸ ਆਪਣੀ ਹੈਗੀ ਆ ਬਹੁਤ ਹੀ ਜ਼ਿਆਦਾ ਸਪੈਸ਼ਲ। ਆਪਾਂ ਮੈਡੀਵਲ ਹਿਸਟਰੀ ਦੀ ਕਲਾਸ ਜਿਹੜੀ ਆ ਉਹਦੇ ਵਿੱਚ ਮੈਂ ਇੱਕ ਮੈਰਾਥਨ ਲਾਈ ਸੀ, 26 ਕੁ ਮਿੰਟ ਦੀ ਉਹ ਕਲਾਸ ਸੀਗੀ, ਠੀਕ ਆ। ਤੇ ਕਿਉਂਕਿ ਮਤਲਬ ਮੈਂ 26 ਮਿੰਟ ਦੀ ਕਲਾਸ ਨੂੰ ਹੀ ਉਹਨੂੰ ਮੈਰਾਥਨ ਮੰਨ ਕੇ ਚੱਲੀ, ਕਿਉਂਕਿ ਕਾਫੀ ਡਾਟਾ ਉਹਦੇ ਵਿੱਚ ਕਵਰ ਮੈਂ ਕਰਵਾਇਆ ਸੀ। ਤੇ ਦੂਜੀ ਗੱਲ ਇਹ ਸੀ ਕਿ ਆਪਾਂ ਮੈਡੀਵਲ ਹਿਸਟਰੀ ਨੂੰ ਸਮਾਰਟ ਤਰੀਕੇ ਦੇ ਨਾਲ ਕਿਸ ਤਰ੍ਹਾਂ ਪੜ੍ਹ ਸਕਦੇ ਹਾਂ, ਠੀਕ ਆ। ਕਿਉਂਕਿ ਆਪਾਂ ਕਹਾਣੀਆਂ ਪੜ੍ਹੀਆਂ ਹੁੰਦੀਆਂ ਜੀ, ਉਹਦੇ ਨਾਲ ਵਿਆਹ ਹੋਇਆ, ਉਹਨੇ ਇੱਦਾਂ ਕੀਤਾ, ਉਹਨੇ ਇੱਦਾਂ ਕੀਤਾ, ਪਰ ਅੱਜ ਤੱਕ ਆਪਾਂ ਨੂੰ ਮੈਡੀਵਲ ਹਿਸਟਰੀ ਦੇ ਵਿੱਚ ਇਹੋ ਜਿਹੇ ਕੁਐਸਚਨ ਨਹੀਂ ਆਉਂਦੇ। ਆਪਾਂ ਨੂੰ ਕਿਹੜੇ ਕੁਐਸਚਨ ਆਉਂਦੇ ਆ? ਆਪਾਂ ਨੂੰ ਆਉਂਦਾ ਵਾ ਜ਼ਿਆਦਾਤਰ ਫੈਕਚੁਅਲ ਡਾਟਾ। ਮੈਡੀਵਲ ਹਿਸਟਰੀ ਦੇ ਵਿੱਚ ਇੰਪੋਰਟੈਂਟ ਕੀ ਆ? ਸਭ ਤੋਂ ਪਹਿਲਾਂ ਤੇ ਕਿਹੜਾ ਸ਼ਾਸਕ, ਕਿਹੜਾ ਵੰਸ਼ ਕਦੋਂ ਆਇਆ। ਦੂਜੇ ਨੰਬਰ ਤੇ ਕਿਹੜੇ ਸ਼ਾਸਕ ਦਾ ਸ਼ਾਸਨ ਕਾਲ। ਉਸ ਤੋਂ ਬਾਅਦ ਮੱਧਕਾਲੀਨ ਜਿਹੜੀ ਸਾਡਾ ਇਤਿਹਾਸ ਆ, ਮੈਡੀਵਲ ਹਿਸਟਰੀ, ਉਹਦੀਆਂ ਲੜਾਈਆਂ, ਉਹਦੀਆਂ ਪੁਸਤਕਾਂ, ਬੜਾ ਕੁਝ, ਠੀਕ ਆ। ਤੇ ਆਪਣੀਆਂ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਮੈਡੀਵਲ ਹਿਸਟਰੀ ਦਾ, ਇਹ ਹੈਗਾ ਵਾ। ਇਸ ਟੌਪਿਕ ਦੇ ਵਿੱਚ ਆਪਾਂ ਅੱਜ ਵਾਲੀ ਕਲਾਸ ਦੇ ਵਿੱਚ ਦੋ ਟੌਪਿਕ ਮੈਡੀਵਲ ਹਿਸਟਰੀ ਦੇ ਕਰਾਂਗੇ। ਇੱਕ ਤੇ ਇਹ ਆਪਾਂ ਕਰਾਂਗੇ ਮੈਡੀਵਲ ਹਿਸਟਰੀ ਦੀਆਂ ਸਾਰੀਆਂ ਲੜਾਈਆਂ ਮਹੱਤਵਪੂਰਨ ਆ ਜਿਹੜੀਆਂ ਅੱਜ ਤੱਕ ਪੇਪਰਾਂ ਦੇ ਵਿੱਚ ਪੁੱਛੀਆਂ ਗਈਆਂ। ਇਸ ਤੋਂ ਬਾਅਦ ਆਪਾਂ ਕਰਾਂਗੇ ਮੈਡੀਵਲ ਹਿਸਟਰੀ ਦੀਆਂ ਮਹੱਤਵਪੂਰਨ ਪੁਸਤਕਾਂ ਜਿਹੜੀਆਂ ਕਿ ਸਾਨੂੰ ਪੀਐਸਟੈਟ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹ ਵਾਲਾ ਸਮਾਰਟ ਤਰੀਕਾ ਜਿਹੜਾ ਵਾ, ਇਹ ਸਮਾਰਟ ਤਰੀਕਾ ਅਪਣਾ ਕੇ ਮੈਡੀਵਲ ਹਿਸਟਰੀ ਸਾਰੀ ਦੀ ਸਾਰੀ ਤੁਹਾਡੇ ਦਿਮਾਗ ਦੇ ਵਿੱਚ ਬਹਿੰਦੀ ਜਾਊਗੀ। ਪਰ ਕਰਨਾ ਤੁਸੀਂ ਕੀ ਆ? ਤੁਸੀਂ ਇਸ ਤਰ੍ਹਾਂ ਇੱਕ ਡੱਬਾ ਬਣਾ ਲੈਣਾ। ਇਸ ਤਰ੍ਹਾਂ ਤੁਸੀਂ ਇੱਕ ਡੱਬਾ ਬਣਾਉਣਾ ਵਾ, ਬਾਕਸ ਬਣਾਉਣਾ ਵਾ, ਠੀਕ ਆ। ਮੈਂ ਅੱਗੇ ਦੀ ਅੱਗੇ ਰੇਸ ਕਰਕੇ ਬਣਾਈ ਜਾਊਂਗੀ। ਤੁਸੀਂ 15 ਕੁ ਡੱਬਿਆਂ ਦਾ ਹਿਸਾਬ ਲਾ ਕੇ ਤੁਸੀਂ ਉਸ ਤਰ੍ਹਾਂ, ਜੇ ਤੁਸੀਂ ਕਾਪੀ ਦੇ ਇਸ ਰੁਖ ਤੇ ਲਿਖਣਾ ਵਾ ਤਾਂ ਵੀ ਲਿਖ ਸਕਦੇ। ਜੇ ਤੁਸੀਂ ਇਸ ਰੁਖ ਤੇ ਲਿਖਣਾ, ਅਗਲੇ ਪੇਜ ਤੇ ਜਾਣਾ ਚਾਹੁੰਦੇ, ਉਹ ਤੁਹਾਡੀ ਚੋਇਸ ਆ। ਪਰ ਡੱਬਾ ਇਸ ਤਰੀਕੇ ਦੇ ਨਾਲ ਬਣਾਉਣਾ ਵਾ ਕਿ ਜੇ ਸਾਨੂੰ ਪੇਪਰ ਦੇ ਵਿੱਚ ਕੋਈ ਵੀ ਲੜਾਈ ਪੁੱਛੀ ਜਾਂਦੀ ਆ ਤੇ ਇਹ ਡੱਬਾ ਸਾਡੇ ਦਿਮਾਗ ਦੇ ਵਿੱਚ ਉੱਕਰ ਆਵੇ। ਕਲੀਅਰ ਹੋਈ ਗੱਲ? ਚਲੋ, ਅੱਜ ਦਾ ਆਪਣਾ ਟੌਪਿਕ ਆ ਮੈਡੀਵਲ ਹਿਸਟਰੀ ਦੀਆਂ ਮਹੱਤਵਪੂਰਨ ਲੜਾਈਆਂ। ਪਹਿਲੇ ਬਾਕਸ ਦੇ ਵਿੱਚ ਆਪਾਂ ਕੀ ਕਰਨਾ ਵਾ? ਲੜਾਈ ਦਾ ਨਾਂ ਲਿਖ ਲੈਣਾ ਵੀ ਲੜਾਈ ਦਾ ਨਾਂ ਕੀ ਆ। ਫੋਰ ਐਗਜ਼ਾਮਪਲ ਤਰਾਇਨ ਦੀ ਲੜਾਈ ਵਗੈਰਾ ਜੋ ਵੀ ਆ, ਠੀਕ ਹੈ। ਜਿਹੜਾ ਆਪਣਾ ਅਗਲਾ ਬਾਕਸ ਆ, ਅਗਲਾ ਬਾਕਸ ਆਪਣਾ ਹੋਊਗਾ ਵੀ ਇਹ ਲੜਾਈ, ਮੈਂ ਕੱਲਾ ਵਿਚਕਾਰ ਲਿਖਿਆ, ਤੁਸੀਂ ਏਦਾਂ ਵੀ ਲਿਖ ਸਕਦੇ ਵੀ ਲੜਾਈ ਕਿੰਨਾ ਦੇ ਵਿਚਕਾਰ ਹੋਈ। ਕੋਈ ਵੀ ਹੈਡਿੰਗ ਤੁਸੀਂ ਦੇ ਸਕਦੇ, ਯਾਨੀ ਕਿ ਇਹ ਜਿਹੜੀ ਲੜਾਈ ਆ ਕਿਹਦੇ ਵਿਚਕਾਰ ਹੋਈ। ਤੀਜਾ ਪੁਆਇੰਟ ਆਪਣਾ ਬਾਕਸ ਬਣਦਾ ਵਾ ਵੀ ਜਿੱਤ। ਇਸ ਲੜਾਈ ਦੇ ਵਿੱਚ ਜਿੱਤ ਕਿਹਦੀ, ਯਾਨੀ ਕਿ ਮੰਨ ਕੇ ਚਲੋ 3 ਡੱਬੇ ਆਪਣੇ ਬਣਨੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਹਿਲੀ ਲੜਾਈ, ਤਰਾਇਨ ਦੀ ਪਹਿਲੀ ਲੜਾਈ 1191 ਈਸਵੀ, ਠੀਕ ਹੈ। ਫੇਮਸ ਜੀ ਆਏ, ਪਰ ਆਪਾਂ ਸੀਕੁਐਂਸ ਲੈ ਕੇ ਚੱਲਣਾ। ਇਹ ਤੇ ਆਪਾਂ ਪੜ੍ਹਦੇ ਹੀ ਆਏ 1191, ਤਰਾਇਨ ਦੀ ਦੂਜੀ ਲੜਾਈ 1192, ਠੀਕ ਹੈ। ਜਿਹੜੀ ਤਰਾਇਨ ਦੀ ਪਹਿਲੀ ਲੜਾਈ ਸੀ 1191, ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਸੀ। ਤੇ ਪਰ ਜਿੱਤ ਕਿਹਦੀ ਹੋਈ ਸੀ? ਪ੍ਰਿਥਵੀ ਰਾਜ ਚੌਹਾਨ ਦੀ ਹੋਈ ਸੀ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ। ਤੇ ਜਿਹੜੀ ਤਰਾਇਨ ਦੀ ਦੂਜੀ ਲੜਾਈ ਆ 1192 ਈਸਵੀ ਵਿੱਚ, ਸੀਕੁਐਂਸ ਯਾਦ ਰੱਖਣਾ ਬਹੁਤ ਈਜ਼ੀ ਆ, ਪਹਿਲੀ ਦੂਜੀ 1191 ਤੇ 92, ਠੀਕ ਆ। ਇਹ ਸਾਨੂੰ ਯਾਦ ਰਹਿ ਜਾਣਾ, ਠੀਕ ਆ। ਸੇਮ ਹੀ ਇੱਥੇ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਸੀ, ਠੀਕ ਆ। ਫਿਰ ਇੱਥੇ ਜਿੱਤ ਕਿਹਦੀ ਹੋਈ ਸੀ? ਮੁਹੰਮਦ ਗੌਰੀ ਦੀ, ਕਿਉਂਕਿ ਤਰਾਇਨ ਦੀ ਦੂਜੀ ਲੜਾਈ ਹੋਈ ਹੀ ਕਿਉਂ ਸੀ? ਕਿਉਂਕਿ ਇੱਥੇ ਕੀ ਹੁੰਦਾ ਵਾ ਵੀ ਮੁਹੰਮਦ ਗੌਰੀ ਪ੍ਰਿਥਵੀ ਰਾਜ ਚੌਹਾਨ ਤੋਂ ਹਾਰ ਜਾਂਦਾ ਵਾ ਤੇ ਉਹ ਆਪਣੀ ਹਾਰ ਦਾ ਬਦਲਾ ਲੈਣ ਲਈ ਦੂਜੀ ਵਾਰ ਹਮਲਾ ਕਰਦਾ ਵਾ ਤੇ ਫਿਰ ਉਹ ਜਿੱਤ ਜਾਂਦਾ ਵਾ। ਇੱਕ ਮਿੰਟ, ਠੀਕ ਹੈ। ਕਲੀਅਰ ਹੋ ਗਈ ਤਰਾਇਨ ਦੀ ਪਹਿਲੀ ਲੜਾਈ ਤੇ ਤਰਾਇਨ ਦੀ ਦੂਜੀ ਲੜਾਈ, ਠੀਕ ਹੈ। ਉਸ ਤੋਂ ਬਾਅਦ ਆਉਂਦੀ ਹੈ ਤਰਾਇਨ ਦੀ ਤੀਜੀ ਲੜਾਈ। ਅੱਜ ਤੱਕ ਜਿਹੜੇ ਬੱਚੇ ਮੋਟਾ ਪੜ੍ਹਦੇ ਆ, ਹਨਾ, ਮੋਟਾ ਸਮਝ ਲੱਗੀ ਨਾ, ਜਿਹੜੇ ਬੱਚੇ ਮੋਟਾ ਪੜ੍ਹ ਕੇ ਚੱਲ ਜਾਂਦੇ ਆ, ਹਨਾ, ਉਹਨਾਂ ਨੂੰ ਤਰਾਇਨ ਦੀ ਪਹਿਲੀ ਲੜਾਈ ਤੇ ਦੂਜੀ ਲੜਾਈ ਦਾ ਪਤਾ ਹੋਊਗਾ। ਪਹਿਲੀ ਲੜਾਈ ਦਾ ਪਤਾ ਹੋਊਗਾ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ, ਦੂਜੀ ਵੀ ਉਹਨਾਂ ਦੇ ਵਿਚਕਾਰ ਹੀ ਹੋਈ ਤੇ ਉਹਦੇ ਵਿੱਚ ਮੁਹੰਮਦ ਗੌਰੀ ਜਿਹੜਾ ਉਹ ਜਿੱਤ ਗਿਆ ਸੀ, ਕਿਉਂਕਿ ਉਹਨੇ ਲੜਾਈ ਲੈਣ ਲਈ ਦੁਬਾਰਾ ਹਮਲਾ ਕੀਤਾ ਸੀ। ਪਰ ਤਰਾਇਨ ਦੀ ਤੀਜੀ ਲੜਾਈ ਬਾਰੇ ਬਹੁਤ ਹੀ ਘੱਟ ਬੱਚਿਆਂ ਨੂੰ ਪਤਾ ਵਾ, ਠੀਕ ਹੈ। ਇਹ ਇੰਪੋਰਟੈਂਟ ਆ ਕਿਉਂਕਿ ਤਰਾਇਨ ਦੀ ਪਹਿਲੀ ਲੜਾਈ ਤੇ ਦੂਜੀ ਲੜਾਈ ਜਿਹੜੀ ਆ ਇਹ ਫੇਮਸ ਆ। ਹੋ ਸਕਦਾ ਇਹ ਸਾਨੂੰ ਨਾਮ ਹੀ ਪੁੱਛਣ, ਹੋ ਸਕਦਾ ਸਾਨੂੰ ਤਰਾਇਨ ਦੀ ਤੀਜੀ ਲੜਾਈ ਪੁੱਛ। ਲੜਾਈ ਜਿਹੜੀ ਆ ਇਲਤੁਤਮਿਸ਼ ਤੇ ਤਾਜੁਦੀਨ ਜਲਦੌਜ਼ ਦੇ ਵਿਚਕਾਰ ਹੋਈ ਤੇ ਇਹਦੇ ਵਿੱਚ ਜਿੱਤ ਕਿਹਦੀ ਹੁੰਦੀ ਆ? ਇਲਤੁਤਮਿਸ਼ ਦੀ। ਕਿਹਦੀ ਜਿੱਤ ਹੁੰਦੀ ਆ? ਇਲਤੁਤਮਿਸ਼ ਦੀ ਜਿੱਤ ਹੁੰਦੀ ਆ, ਠੀਕ ਹੈ। ਚੌਥੀ ਲੜਾਈ ਤੇ ਅੱਜ ਜਿਹੜੀ ਚੌਥੀ ਲੜਾਈ ਆ ਚਾਂਦਵਾੜ ਦੀ ਲੜਾਈ ਹੁੰਦੀ ਹੈ, ਚਾਂਦਵਾੜ ਦੀ ਲੜਾਈ, ਠੀਕ ਹੈ। ਚਾਂਦਵਾੜ ਦੀ ਜਿਹੜੀ ਲੜਾਈ ਆ ਇਹ 1194 ਈਸਵੀ ਦੇ ਵਿੱਚ ਹੁੰਦੀ ਆ। ਕਿਹਦੇ ਵਿਚਕਾਰ? ਮੁਹੰਮਦ ਗੌਰੀ
ਤੇ ਕਨੌਜ ਦੇ ਸ਼ਾਸਕ ਜੈਚੰਦ ਰਾਠੌਰ ਦੇ। ਜਿਹੜਾ ਜੈਚੰਦ ਰਾਠੌਰ ਵੀ ਨਾਂ ਹੀ ਬੜਾ ਘੈਂਟ ਸੀ ਬੰਦੇ ਦਾ ਹਨਾ, ਕੋਈ ਮਾੜਾ ਮੋਟਾ ਰਾਜਾ ਨਹੀਂ, ਵਧੀਆ ਰਾਜਾ ਸੀ ਇਹ। ਠੀਕ ਹੈ, ਫਿਰ ਜਿੱਤ ਕਿਹਦੀ ਹੁੰਦੀ ਆ? ਮੁਹੰਮਦ ਗੌਰੀ ਦੀ ਹੁੰਦੀ ਆ। ਇੱਕ ਚੀਜ਼ ਨਾ, ਜੇ ਤੁਸੀਂ ਕਾਮਨ ਸੈਂਸ ਲਗਾ ਕੇ ਚੀਜ਼ ਤੁਸੀਂ ਕੋਈ ਯਾਦ ਰੱਖਣਾ ਚਾਹੁੰਦੇ ਆ, ਜੇ ਤੁਹਾਨੂੰ ਕੋਈ ਤਰੈਣ ਦੀ ਪਹਿਲੀ ਲੜਾਈ ਤੋਂ ਬਿਨਾ ਮੁਹੰਮਦ ਗੌਰੀ ਦੀ ਕੋਈ ਹੋਰ ਲੜਾਈ ਪੁੱਛ ਲੈਣ ਤੇ ਜਿੱਤ ਮੁਹੰਮਦ ਗੌਰੀ ਦੀ ਹੀ ਹੋਣੀ, ਕਿਉਂਕਿ ਪਹਿਲੀ ਲੜਾਈ ਜਿਹੜੀ ਹੈ ਸਿਰਫ ਪ੍ਰਿਥਵੀ ਰਾਜ ਚੌਹਾਨ ਤੋਂ ਹਾਰਿਆ ਸੀ ਤਰੈਣ ਦੀ ਪਹਿਲੀ ਲੜਾਈ ਦੇ ਵਿੱਚ। ਉਸ ਤੋਂ ਬਾਅਦ ਮੁਹੰਮਦ ਗੌਰੀ ਨੇ ਜਿੱਥੇ ਜਿੱਥੇ ਵੀ ਲੜਾਈਆਂ ਲੜੀਆਂ ਤੇ ਉਹਨਾਂ ਵਿੱਚ ਮੁਹੰਮਦ ਗੌਰੀ ਦੀ ਹੀ ਜਿੱਤ ਹੁੰਦੀ ਗਈ। ਇਹ ਤੁਸੀਂ ਇਸ ਪੁਆਇੰਟ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਯਾਦ ਰੱਖ ਲਿਓ। ਹੁਣ ਸਵਾਲ ਬਣਦਾ ਵਾ ਵੀ ਚਾਂਦਵਾੜ ਦੀ ਲੜਾਈ ਤਾਂ 1194 ਚ ਹੁੰਦੀ ਆ, ਤਰੈਣ ਦੀ ਤੀਜੀ ਲੜਾਈ 1251 ਦੇ ਵਿੱਚ ਹੁੰਦੀ ਆ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਆਹ ਟਾਈਮ ਪੀਰੀਅਡ ਜਿਹੜਾ ਵਾ ਇੱਥੇ ਆਉਣਾ ਚਾਹੀਦਾ, ਯਾਨੀ ਕਿ ਤਰੈਣ ਦੀ ਤੀਜੀ ਲੜਾਈ ਚੌਥੇ ਨੰਬਰ ਤੇ ਆਉਣੀ ਚਾਹੀਦੀ, ਤੇ ਮੈਂ ਇਦਾਂ ਕਿਉਂ ਨਹੀਂ ਕੀਤਾ? ਕਿਉਂਕਿ ਆ ਸਾਡੇ ਕੋਲ ਸੀਕੁਐਂਸ ਚੱਲਦਾ ਪਿਆ, ਤਰੈਣ ਦੀ ਪਹਿਲੀ ਲੜਾਈ, ਦੂਜੀ ਲੜਾਈ, ਤੀਜੀ ਲੜਾਈ। ਇਸੇ ਹੀ ਕਰਕੇ ਮੈਂ ਚਾਂਦਵਾੜ ਦੀ ਲੜਾਈ ਜਿਹੜੀ ਆ ਉਹਨੂੰ ਮੈਂ ਚੌਥੇ ਨੰਬਰ ਤੇ ਲਿਆ ਵਾ। ਠੀਕ ਆ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਅਗਲੀ ਪੰਜਵੀਂ ਲੜਾਈ ਦੀ। ਇਸ ਤੋਂ ਬਾਅਦ ਤੁਸੀਂ ਆ ਜਾਓ ਪੰਜਵੀਂ ਲੜਾਈ ਤੇ। ਜਿਹੜੀ ਸਾਡੀ ਪੰਜਵੀਂ ਲੜਾਈ ਆ ਉਹ ਹੈਗੀ ਆ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਦੇ ਵਿੱਚ। ਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਆ ਵੀ ਇਹਨਾਂ ਨੂੰ ਆਪਾਂ ਸੀਕੁਐਂਸ ਵਾਈਜ਼ ਲਿਖਿਆ ਹੋਇਆ। ਠੀਕ ਆ, ਪੰਜਵੀਂ ਲੜਾਈ ਜਿਹੜੀ ਆ 1526 ਈਸਵੀ ਦੇ ਵਿੱਚ ਹੋਈ। ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਕਿਹਦੇ ਕਿਹਦੇ ਵਿਚਕਾਰ ਹੋਈ? ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਸੀ। ਜਿੱਤ ਕਿਹਦੀ ਹੋਈ ਸੀ? ਬਾਬਰ ਦੀ। ਠੀਕ ਆ, ਉਸ ਤੋਂ ਬਾਅਦ ਸਾਡੀ ਜਿਹੜੀ ਛੇਵੀਂ ਲੜਾਈ ਆ ਉਹ ਹੈਗੀ ਆ ਖਾਨਵਾ ਦੀ ਲੜਾਈ। ਇਹਨੂੰ ਕਿਤੇ ਕਿਤੇ ਕੱਕੇ ਦੇ ਨਾਲ ਵੀ ਲਿਖਿਆ ਹੁੰਦਾ, ਕਾਨਵਾ ਵੀ ਲਿਖਿਆ ਹੁੰਦਾ, ਖਾਨਵਾ ਵੀ ਲਿਖਿਆ ਹੁੰਦਾ, ਤੁਸੀਂ ਕਨਫਿਊਜ਼ ਨਹੀਂ ਹੋਣਾ। ਠੀਕ ਆ, ਖਾਨਵਾ ਦੀ ਲੜਾਈ 1527 ਈਸਵੀ ਦੇ ਵਿੱਚ ਹੋਈ। ਇਹ ਕਿਹਦੇ ਕਿਹਦੇ ਵਿਚਕਾਰ ਹੋਈ? ਬਾਬਰ ਤੇ ਰਾਣਾ ਸਾਂਗਾ ਦੇ ਵਿਚਕਾਰ ਹੋਈ। ਬਾਬਰ ਤੇ ਰਾਣਾ ਸਾਂਗਾ ਦੇ ਵਿਚਕਾਰ ਹੋਈ। ਇਹ ਡੱਬੇ ਬਣਾ ਕੇ ਲਿਖਣ ਦਾ ਮੇਰਾ ਮੇਨ ਰੀਜ਼ਨ ਇਹ ਆ ਵੀ ਇਹ ਡੱਬਾ ਤੁਹਾਡੇ ਦਿਮਾਗ 'ਚ ਉੱਕਰ ਜਾਣਾ, ਇਸੇ ਤਰ੍ਹਾਂ ਹੀ ਤੁਸੀਂ ਆਪਣੀ ਕਾਪੀ ਤੇ ਬਣਾ ਲੈਣਾ। ਠੀਕ ਆ, ਇਹਦੇ ਵਿੱਚ ਵੀ ਜਿੱਤ ਬਾਬਰ ਦੀ ਹੋਈ ਸੀ। ਜਿੱਤ ਹਰ ਇੱਕ ਲੜਾਈ ਦੇ ਵਿੱਚ ਬਾਬਰ ਦੀ ਹੀ ਹੋਣੀ ਆ। ਠੀਕ ਆ, ਚੰਦੇਰੀ ਦੀ ਲੜਾਈ, ਜਿਹੜੀ ਚੰਦੇਰੀ ਦੀ ਲੜਾਈ ਆ ਉਹ ਹੋਈ ਸੀ 1528 ਈਸਵੀ ਦੇ ਵਿੱਚ ਬਾਬਰ ਤੇ ਮੇਦਨੀ ਰਾਓ ਦੇ ਵਿਚਕਾਰ। ਚੰਦੇਰੀ ਦੀ ਲੜਾਈ ਬਾਬਰ ਤੇ ਮੇਦਨੀ ਰਾਓ ਦੇ ਵਿਚਕਾਰ ਹੋਈ ਸੀ। ਠੀਕ ਹੈ, ਜਿੱਤ ਕਿਹਦੀ ਹੋਈ? ਬਾਬਰ ਦੀ। ਉਸ ਤੋਂ ਬਾਅਦ 8ਵੀਂ ਲੜਾਈ ਜਿਹੜੀ ਸਾਡੀ ਹੈਗੀ ਉਹ ਘਾਗਰਾ ਦੀ ਲੜਾਈ ਆ 1529। 26, 27, 28 ਤੇ 29। ਘਾਗਰਾ ਦੀ ਲੜਾਈ 1529 ਈਸਵੀ ਕਿਹਦੇ ਕਿਹਦੇ ਵਿਚਕਾਰ ਹੋਈ? ਬਾਬਰ ਅਤੇ ਅਫਗਾਨ ਮਹਿਮੂਦ ਲੋਧੀ ਅਤੇ ਨੁਸਰਤ ਸ਼ਾਹ ਦੇ ਵਿਚਕਾਰ। ਹੁਣ ਜਿਹੜੀ ਲੜਾਈ ਤੇ ਮਤਲਬ ਕਹਿ ਲਓ ਵੀ ਔਖੀ ਜੀ ਹੋਵੇ ਹਨਾ, ਔਖੀ ਜੀ ਜਿਨ੍ਹਾਂ ਦੇ ਵਿਚਕਾਰ ਹੋਈ ਹੋਵੇ ਉਹਨਾਂ ਦੇ ਨਾਮ ਔਖੇ ਹੋਣ, ਇਹੋ ਜਿਹੀਆਂ ਲੜਾਈਆਂ ਪੇਪਰ 'ਚ ਪੁੱਛੀਆਂ ਜਾਂਦੀਆਂ। ਸੋ ਔਖੀ ਚੀਜ਼ ਨੂੰ ਅਹਿਮੀਅਤ ਜ਼ਿਆਦਾ ਦਿਆ ਕਰੋ। ਕਿਸੇ ਵੇਲੇ ਅਸੀਂ ਕਿੱਦਾਂ ਕੀ ਕਰਦੇ ਆ, ਅਸੀਂ ਔਖੀ ਚੀਜ਼ ਵੇਖ ਕੇ ਉਹਨੂੰ ਛੱਡ ਦਿੰਦੇ ਆ ਤੇ ਸੌਖੀਆਂ ਚੀਜ਼ਾਂ ਪੜ੍ਹ ਜਾਂਦੇ ਆ, ਜਿਹਦਾ ਕਰਕੇ ਸਾਡਾ ਪੇਪਰ ਜਿਹੜਾ ਉਹ ਰਹਿ ਜਾਂਦਾ। ਠੀਕ ਆ, ਜਿਹੜੀ ਘਾਗਰਾ ਦੀ ਲੜਾਈ ਆ ਇਹ ਤੁਹਾਡੇ ਲਈ ਇੰਪੋਰਟੈਂਟ ਬਣ ਜਾਂਦੀ ਆ, ਕਿਉਂਕਿ ਬਾਬਰ ਤੇ ਅਫਗਾਨ ਮਹਿਮੂਦ ਲੋਧੀ ਤੇ ਨੁਸਰਤ ਖਾਂ ਯਾਨੀ ਕਿ ਤਿੰਨ ਵਿਚਕਾਰ ਇਹ ਦੋ ਜਾਣੇ ਕੌਣ ਸੀ? ਬਾਬਰ ਨਾਲ ਲੜਨ ਵਾਲੇ ਸੀ। ਅਫਗਾਨ ਮਹਿਮੂਦ ਲੋਧੀ ਤੇ ਨੁਸਰਤ ਸ਼ਾਹ ਜਿਹੜੇ ਸੀ ਇਹ ਦੋਵੇਂ ਜਾਣੇ ਇਕੱਠੇ ਕਿਹਦੇ ਨਾਲ ਲੜ ਰਹੇ ਸੀ? ਬਾਬਰ ਨਾਲ ਲੜ ਰਹੇ ਸੀ। ਦੋ ਜਾਣੇ ਫਿਰ ਵੀ ਜਿੱਤ ਕਿਹਦੀ ਹੋਈ? ਬਾਬਰ ਦੀ ਹੋਈ। ਇੱਕ ਨਾ ਆ ਟ੍ਰਿਕ ਜੀ ਬੜੇ ਸਾਲਾਂ ਤੋਂ ਫੇਮਸ ਆ, ਇਹ ਖਾਣਾ ਖਾਦਾ ਤੇ ਚੰਦਾ ਦਿੱਤਾ, ਖਾਣਾ ਖਾਦਾ ਘਰ ਗਿਆ, ਇਦਾਂ ਜੇ ਕੁਛ ਟ੍ਰਿਕ ਆ। ਵੈਸੇ ਮੈਂ ਉਹ ਟ੍ਰਿਕ ਦੇ ਅਕੋਰਡਿੰਗ ਨਹੀਂ ਪੜ੍ਹੀ, ਕਿਉਂਕਿ ਮੈਂ ਤਾਂ ਬਾਕਸ ਬਣਾ ਕੇ ਯਾਦ ਰੱਖਿਆ ਸੀ ਤੇ ਉਹ ਮੈਨੂੰ ਪਤਾ ਵਾ ਵੀ ਉਹ ਟ੍ਰਿਕ ਤੁਹਾਨੂੰ ਪਤਾ ਹੋਣੀ ਆ, ਖਾਣਾ ਖਾਦਾ ਘਰ ਗਿਆ ਚੰਦਾ ਦਿੱਤਾ, ਕੁਛ ਇਸ ਤਰ੍ਹਾਂ ਦੀ ਟ੍ਰਿਕ ਆ ਹਨਾ। ਕਿਉਂਕਿ ਮੈਂ ਉਹ ਟ੍ਰਿਕ ਦੇ ਅਕੋਰਡਿੰਗ ਪੜ੍ਹਿਆ ਨਹੀਂ ਤੇ ਨਾ ਹੀ ਮੈਂ ਉਹ ਟ੍ਰਿਕ ਜਿਹੜੀ ਫੋਲੋ ਕੀਤੀ ਸੀ। ਵੈਸੇ ਮੈਂ ਟ੍ਰਿਕ ਫੋਲੋ ਕਰਦੀ ਹੁੰਦੀ ਆ, ਮੈਂ ਆਪਣੀਆਂ ਟ੍ਰਿਕ ਬਣਾਉਣੀ ਹੁੰਦੀ ਆ। ਠੀਕ ਆ, ਯਾਨੀ ਕਿ ਮੈਂ ਟ੍ਰਿਕ ਕਿਤੇੋਂ ਕਾਪੀ ਨਹੀਂ ਕਰਦੀ, ਮੈਂ ਆਪਣੀਆਂ ਟ੍ਰਿਕ ਹੀ ਬਣਾਉਣੀ ਨਹੀਂ। ਸੋ ਇਸ ਕਰਕੇ ਉਹ ਟ੍ਰਿਕ ਤੇ ਮੈਂ ਨਹੀਂ ਸੀ ਜ਼ਿਆਦਾ ਗੌਰ ਕੀਤਾ, ਤਾਂ ਕਰਕੇ ਮੈਨੂੰ ਉਹ ਟ੍ਰਿਕ ਯਾਦ ਵੀ ਨਹੀਂ ਆ। ਤੇ ਜੇ ਤੁਹਾਨੂੰ ਕੋਈ ਆਪਾਂ ਨੂੰ ਯਾਦ ਰਹਿਣਾ ਚਾਹੀਦਾ। ਠੀਕ ਹੈ, ਜੇ ਤੁਹਾਨੂੰ ਉਸ ਟ੍ਰਿਕ ਦੇ ਨਾਲ ਯਾਦ ਰਹਿੰਦਾ ਤੁਸੀਂ ਰੱਖ ਲੈਣਾ। ਠੀਕ ਆ, ਤੇ ਅੱਗੇ ਚੱਲਦੇ ਹਾਂ ਆਪਾਂ ਅਗਲੀ ਲੜਾਈ ਤੇ। ਠੀਕ ਹੈ, ਇਹਦੇ ਵਿੱਚ ਵੀ ਬਾਬਰ ਦੀ ਜਿੱਤ ਹੋਈ ਸੀ। ਅੱਗੇ ਆਪਾਂ ਚੱਲਦੇ ਹਾਂ 9ਵੀਂ ਲੜਾਈ ਤੇ। ਇਹ ਲੜਾਈ ਹੈਗੀ ਆ ਚੌਸਾ ਦੀ ਲੜਾਈ। ਚੌਸਾ ਦੀ ਜਿਹੜੀ ਲੜਾਈ ਆ 1539 ਈਸਵੀ ਦੇ ਵਿੱਚ ਹੋਈ ਸੀ। ਠੀਕ ਆ, ਤੇ ਇਹ ਹੋਈ ਸੀ ਹਮਾਯੂ ਤੇ ਸ਼ੇਰ ਸ਼ਾਹ ਸੂਰੀ ਦੇ ਵਿਚਕਾਰ। ਠੀਕ ਆ, ਤੇ ਜਿੱਤ ਕਿਹਦੀ ਹੁੰਦੀ ਆ? ਸ਼ੇਰ ਸ਼ਾਹ
ਸੂਰੀ ਦੀ। ਠੀਕ ਆ। 10ਵੀਂ ਲੜਾਈ ਸਾਡੇ ਕੋਲ ਹੈਗੀ ਆ ਕਨੌਜ, ਇਹਨੂੰ ਕਨੌਜ ਵੀ ਕਹਿ ਦਿੱਤਾ ਜਾਂਦਾ ਵਾ ਤੇ ਬਿਲਗ੍ਰਾਮ ਵੀ। ਠੀਕ ਆ। ਦੋਨੋਂ ਤਰੀਕੇ ਦੇ ਨਾਲ ਆ ਸਕਦਾ। ਠੀਕ ਆ। ਬਿਲਗ੍ਰਾਮ ਦੀ ਜਾਂ ਕਨੌਜ ਦੀ ਲੜਾਈ ਜਿਹੜੀ ਆ 1540 ਈਸਵੀ ਦੇ ਵਿੱਚ ਹੋਈ ਸੀ ਤੇ ਇਹ ਵੀ ਸੇਮ ਹੀ ਹੁਮਾਯੂੰ ਤੇ ਸ਼ੇਰ ਸ਼ਾਹ ਸੂਰੀ ਦੇ ਵਿਚਕਾਰ ਹੋਈ ਤੇ ਜਿੱਤ ਫਿਰ ਸ਼ੇਰ ਸ਼ਾਹ ਸੂਰੀ ਦੀ ਹੀ ਹੋਈ ਸੀ। ਉਸ ਤੋਂ ਬਾਅਦ 11ਵੀਂ ਲੜਾਈ ਸਾਡੇ ਕੋਲ ਆਉਂਦੀ ਆ ਪਾਣੀਪਤ ਦੀ ਦੂਜੀ ਲੜਾਈ 1556 ਈਸਵੀ ਦੇ ਵਿੱਚ। ਇਹ ਹੋਈ ਸੀ ਅਕਬਰ ਤੇ ਹੇਮੂ ਦੇ ਵਿਚਕਾਰ ਤੇ ਜਿੱਤ ਕਿਹਦੀ ਹੁੰਦੀ ਆ? ਅਕਬਰ ਦੀ। ਠੀਕ ਆ। ਉਸ ਤੋਂ ਬਾਅਦ ਆਉਂਦੀ ਆ 12ਵੀਂ ਲੜਾਈ ਤਲੀਕੋਟਾ ਦੀ ਲੜਾਈ। ਇਹ ਉਹ ਲੜਾਈ ਆ ਜਿਹੜੀ ਲੜਾਈ ਤੋਂ ਵਿਜੇਨਗਰ, ਆਪਾਂ ਵਿਜੇਨਗਰ ਦੀ ਸਥਾਪਨਾ ਪੜ੍ਹਦੇ ਆ ਨਾ, ਵਿਜੇਨਗਰ ਸਾਮਰਾਜ। ਠੀਕ ਆ। ਜਿਹਦੇ ਵਿੱਚ ਹਰੀਹਰ ਤੇ ਬੁੱਕਾ ਰਾਏ ਵਰਗੇ ਰਾਜੇ ਆਉਂਦੇ ਹਨਾ, ਉਹ ਆਪਾਂ ਪੜ੍ਹਦੇ ਆ ਮੈਡੀਵਲ ਹਿਸਟਰੀ ਦੇ ਵਿੱਚ। ਠੀਕ ਆ। ਇਹ ਉਹੀ ਤਲੀਕੋਟਾ ਦੀ ਲੜਾਈ ਆ ਜਿਹਦੇ ਤੋਂ ਬਾਅਦ ਵਿਜੇ ਸਾਮਰਾਜ ਜਿਹੜਾ ਵਾ ਉਹ ਕਾਫੀ ਸੰਪੂਰਨ ਹੋ ਗਿਆ ਸੀ। ਸੰਪੂਰਨ ਮਤਲਬ ਕਹਿ ਰਹੀ ਹਾਂ, ਮਤਲਬ ਕਿ ਵਿਜੇਨਗਰ ਸਾਮਰਾਜ ਦੀ ਸਥਾਪਨਾ ਹੋ ਗਈ ਸੀ। ਠੀਕ ਆ। ਇਹਦੇ ਵਿੱਚ ਮਿਲੇ ਜੁਲੇ ਜਿਹੇ ਇਲਾਕੇ ਆਉਂਦੇ ਜਿਨ੍ਹਾਂ ਦੇ ਸ਼ਾਸਕਾਂ ਨੇ ਜਿਹੜੀਆਂ ਸਮੂਹਕ ਲੜਾਈਆਂ ਲੜੀਆਂ ਸੀ। ਅਹਿਮਦਨਗਰ ਹੋ ਗਿਆ, ਬੀਜਾਪੁਰ ਹੋ ਗਿਆ, ਗੋਲਕੁੰਡਾ, ਬੀਦਰ ਤੇ ਬਰਾਰ ਦੀਆਂ ਸੈਨਾਵਾਂ ਨੇ ਮਿਲ ਕੇ ਜਿਹੜੀ ਇਹ ਲੜਾਈ ਲੜੀ ਸੀ ਤੇ ਜਿੱਤ ਕਿਹਦੀ ਹੁੰਦੀ ਆ? ਅਲੀ ਆਦਲ ਦੀ, ਜੋ ਕਿ ਵਿਜੇਨਗਰ ਸਾਮਰਾਜ ਦੇ ਨਾਲ ਸੰਬੰਧ ਰੱਖਦਾ ਸੀ ਤੇ ਹੋਰ ਇਹਦੇ ਨਾਲ ਵਿਜੇਨਗਰ ਦੇ ਹੋਰ ਸ਼ਾਸਕ ਸੀਗੇ ਅਲੀ ਆਦਲ ਤੇ ਹੋਰ ਸ਼ਾਸਕ ਜਿਹੜਾ ਵਾ ਤੁਸੀਂ ਯਾਦ ਰੱਖ ਲੈਣਾ। ਠੀਕ ਹੈ। ਇਸ ਤੋਂ ਬਾਅਦ ਆਪਣੀਆਂ 15 ਕੁ ਲੜਾਈਆਂ ਵਾ, ਅੱਗੇ ਆਪਣੀਆਂ 3 ਕੁ ਲੜਾਈਆਂ ਬਚਦੀਆਂ, ਉਹਨਾਂ ਨੂੰ ਵੀ ਆਪਾਂ ਕੰਪਲੀਟ ਕਰਦੇ ਹਾਂ। ਜਿਹੜੀ ਸਾਡੇ ਕੋਲ 13ਵੀਂ ਲੜਾਈ ਆ ਉਹ ਹੈਗੀ ਆ ਹਲਦੀ ਘਾਟੀ ਦੀ ਲੜਾਈ। ਠੀਕ ਆ। ਹਲਦੀ ਘਾਟੀ ਦੀ ਲੜਾਈ ਇਹ ਹੋਈ ਸੀ 1576 ਈਸਵੀ ਦੇ ਵਿੱਚ। ਠੀਕ ਆ। 1576 ਈਸਵੀ ਦੇ ਵਿੱਚ ਹਲਦੀ ਘਾਟੀ ਦੀ ਲੜਾਈ ਹੋਈ। ਇਹ ਹੋਈ ਸੀ ਜਿਹੜਾ ਮੇਵਾੜ ਦਾ ਰਾਜਾ ਸੀਗਾ ਮਹਾਰਾਣਾ ਪ੍ਰਤਾਪ ਤੇ ਅਕਬਰ ਦੇ ਵਿਚਕਾਰ ਹੋਈ ਸੀ। ਜਿੱਤ ਕਿਹਦੀ ਹੋਈ ਸੀ? ਮਹਾਰਾਣਾ ਪ੍ਰਤਾਪ ਦੀ, ਕਿਉਂਕਿ ਐਡਾ ਵੱਡਾ ਐਡਾ ਤਕੜਾ ਰਾਜਾ ਸੀ, ਇਸੇ ਕਰਕੇ ਤੇ ਇਹਦੀ ਜਿੱਤ ਹੋ ਗਈ ਸੀ। ਠੀਕ ਆ। ਤੇ ਉਸ ਤੋਂ ਬਾਅਦ ਆਉਂਦੀ ਆ ਪਾਣੀਪਤ ਦੀ ਤੀਜੀ ਲੜਾਈ। ਠੀਕ ਆ। ਹੁਣ ਤੱਕ ਅਸੀਂ ਪਾਣੀਪਤ ਦੀ ਪਹਿਲੀ ਲੜਾਈ ਤੇ ਦੂਜੀ ਲੜਾਈ ਕਰ ਚੁੱਕੇ ਹਾਂ। ਠੀਕ ਹੈ। ਇੱਕ ਗਰੁੱਪ ਬਣਾ ਕੇ ਯਾਦ ਰੱਖ ਲਿਓ। ਤਰਾਇਣ ਦੀਆਂ ਤੇ ਵੀ 3 ਲੜਾਈਆਂ ਵਾ ਤੇ ਪਾਣੀਪਤ ਦੀਆਂ ਵੀ 3 ਲੜਾਈਆਂ ਵਾ। ਠੀਕ ਆ। ਇਹ ਹੋਈ ਸੀ 1761 ਈਸਵੀ ਦੇ ਵਿੱਚ। ਠੀਕ ਹੈ। ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ ਹੋਈ ਸੀ ਪਾਣੀਪਤ ਦੀ ਤੀਜੀ ਲੜਾਈ। ਠੀਕ ਆ। ਜਿੱਤ ਕਿਹਦੀ ਹੋਈ ਸੀ? ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਹੋਈ ਸੀ। ਠੀਕ ਆ। ਉਸ ਤੋਂ ਬਾਅਦ 15ਵੀਂ ਲੜਾਈ ਸਾਡੇ ਕੋਲ ਆਉਂਦੀ ਹੈ ਸਾਮੂਗੜ੍ਹ ਦੀ ਲੜਾਈ। ਜਿਹੜੀ ਸਾਮੂਗੜ੍ਹ ਦੀ ਲੜਾਈ ਹੈ, ਠੀਕ ਹੈ, ਇਹ ਹੋਈ ਸੀ ਦਾਰਾ ਅਤੇ ਔਰੰਗਜ਼ੇਬ ਬਨਾਮ ਮੁਰਾਦ ਦੇ ਵਿਚਕਾਰ। ਠੀਕ ਹੈ। ਜਿੱਤ ਕਿਹਦੀ ਹੋਈ ਸੀ? ਔਰੰਗਜ਼ੇਬ ਦੀ। ਇਹ ਸੀਗੀਆਂ ਵੇਖੋ ਮੈਡੀਵਲ ਹਿਸਟਰੀ ਦੀਆਂ ਸਾਰੀਆਂ ਲੜਾਈਆਂ ਮੈਂ ਤੁਹਾਨੂੰ ਇੱਕੇ ਵਾਰ ਚ ਕਰਵਾਤੀਆਂ ਤੇ ਕਰਵਾਈਆਂ ਵੀ ਬਹੁਤ ਹੀ ਸਮਾਰਟ ਤਰੀਕੇ ਦੇ ਨਾਲ। ਠੀਕ ਆ। ਇਸ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਮੱਧਕਾਲੀਨ ਇਤਿਹਾਸ ਦੀਆਂ ਸਾਰੀਆਂ ਪੁਸਤਕਾਂ, ਕਿਹੜੀ ਪੁਸਤਕ ਕਿਹਨੇ ਲਿਖੀ ਆ ਤੇ ਕਿਹੜੀ ਪੁਸਤਕ ਕਿਹਦੇ ਬਾਰੇ ਆ, ਇਹ ਸਾਰਾ ਡਾਟਾ ਆਪਾਂ ਅਗਲੀ ਕਲਾਸ ਦੇ ਵਿੱਚ ਕਵਰ ਕਰਾਂਗੇ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਮੈਡੀਵਲ ਹਿਸਟਰੀ ਨੂੰ ਕਰਾਉਣ ਦਾ ਇਹ ਵਾਲਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ। ਠੀਕ ਆ। ਜਰੂਰ ਕਮੈਂਟ ਕਰਕੇ ਦੱਸਿਓ ਤੇ ਕਲਾਸ ਨੂੰ ਸ਼ੇਅਰ ਜਰੂਰ ਕਰਦਿਆ ਕਰੋ। ਨਵਾਂ ਚੈਨਲ ਆ ਤੇ ਆਪਾਂ ਇੱਕ ਵਾਰੀ ਕਹਿ ਲਓ ਵੀ ਫ੍ਰੀ ਚ ਡਾਟਾ ਜੇ ਆਪਾਂ ਪ੍ਰੋਵਾਈਡ ਕਰਵਾ ਰਹੇ ਆ ਤੇ ਕੋਈ ਬੱਚਾ ਰਹਿ ਨਾ ਜਾਵੇ, ਸਾਰਿਆਂ ਤੱਕ ਮੇਰੀਆਂ ਕਲਾਸਾਂ ਜਿਹੜੀਆਂ ਵਾ ਪਹੁੰਚ ਸਕਣ। ਕਲਾਸ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਂ ਅਗਲੀ ਕਲਾਸ ਦੇ ਵਿੱਚ ਜਿਹੜੇ ਮੇਰੇ ਭੈਣ ਭਾਈ ਮੇਰੇ ਸਾਥੀ ਕਮੈਂਟ ਕਰਦੇ ਆ ਹਨਾ, ਹੁਣ ਮੈਨੂੰ ਨਾਮ ਵੀ ਯਾਦ ਨਹੀਂ ਆ, ਤੇ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਮੈਂ ਹੱਥ ਜੋੜ ਕੇ ਸੱਚੀ ਧੰਨਵਾਦ ਕਰਦੀ ਆ। ਮੈਂ ਮਤਲਬ ਕਿ ਮੈਂ ਵੀ ਤੁਹਾਡੀਆਂ ਭੈਣਾਂ ਵਰਗੀ ਆ ਹਨਾ, ਨਵਾਂ ਚੈਨਲ ਆ, ਜੇ ਸਟੂਡੈਂਟ ਆ ਹਨਾ, ਜੇ ਮੈਂ ਵੀ, ਤੇ ਤੁਸੀਂ ਮੈਨੂੰ ਬੜੀ ਸਪੋਰਟ ਕਰ ਰਹੇ, ਸੱਚੀ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਮੈਂ ਕਮੈਂਟ ਦੇਖਦੀ ਆ। ਇੱਕ ਹੀਨਾ ਗਰਗ ਦੀਦੀ ਆ ਹਨਾ, ਉਹ ਵੀ ਹਰ ਵੀਡੀਓ ਤੇ ਕਮੈਂਟ ਕਰਦੇ ਆ ਹਨਾ, ਤੇ ਹੋਰ ਮੈਨੂੰ ਨਾਮ ਯਾਦ ਨਹੀਂ, ਉਹਨਾਂ ਦਾ ਨਾਮ ਮੈਨੂੰ ਯਾਦ ਰਹਿ ਗਿਆ ਹਨਾ। ਇੱਕ ਲਵਪ੍ਰੀਤ ਆ ਲੜਕੀ ਹਨਾ, ਇੱਕ ਉਹ ਆ, ਉਹ ਵੀ ਮਤਲਬ ਵਧੀਆ ਐਪਰੀਸ਼ੀਏਟ ਕਰਦੇ ਆ ਹਨਾ, ਤੇ ਹੋਰ ਕਾਫੀ ਜਾਣੇ ਏਦਾਂ ਕਰਕੇ ਹਨਾ। ਤੇ ਹੋਰ ਮਤਲਬ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਜਿਹੜੇ PSTET ਦੀ ਤਿਆਰੀ ਕਰ ਰਹੇ ਉਹ ਵੀ ਵਧੀਆ ਐਪਰੀਸ਼ੀਏਟ ਕਰ ਰਹੇ ਆ ਹਨਾ। ਤੇ ਇੱਕ ਪੰਮ ਢਿੱਲੋਂ ਕੁਛ ਏਦਾਂ ਵਾ ਹਨਾ, ਨਾਮ ਆਉਂਦਾ ਉਹਨਾਂ ਦਾ, ਤੇ ਮਤਲਬ ਉਹ ਮੈਨੂੰ ਵੈਸੇ ਸਰਬ ਕਹਿ ਕੇ ਕਮੈਂਟ ਕਰਦੇ ਆ, ਮੈਂ ਜਾਣਦੀ ਨਹੀਂ ਵੈਸੇ ਉਹਨਾਂ ਨੂੰ। ਬਾਕੀ ਇਹ ਹੈ ਕਿ ਤੁਸੀਂ ਮੈਨੂੰ ਦੱਸ ਦਿਓ ਵੀ ਵੀਰੇ ਤੁਸੀਂ ਕੌਣ ਹੋ, ਕਿਉਂਕਿ ਤੁਸੀਂ ਮੇਰਾ ਨਾਮ ਜਾਣਦੇ ਹੋ, ਮੇਰਾ ਨਾਮ ਲੈ ਕੇ ਤੁਸੀਂ ਮੈਨੂੰ ਵਧੀਆ ਐਪਰੀਸ਼ੀਏਟ ਕਰਦੇ ਹੋ, ਪਰ ਮੈਂ ਇਸ ਨੇਮ ਤੋਂ, ਪੰਮ ਢਿੱਲੋਂ ਨੇਮ ਤੋਂ ਮੈਂ ਕਿਸੇ ਨੂੰ ਜਾਣਦੀ ਨਹੀਂ ਆ। ਤੁਸੀਂ ਮੈਨੂੰ ਜ਼ਰੂਰ ਆਪਣਾ ਰੀਅਲ ਨਾਮ ਜਿਹੜਾ ਦੱਸੋ, ਕਿਉਂਕਿ ਕਈ ਵਾਰੀ ID ਅਸੀਂ ਇੱਧਰ ਉੱਧਰ
ਹੋਰ ਕਿਸੇ ਨਾਮ ਤੋਂ ਬਣਾਈ ਹੁੰਦੀ ਹੈ ਨਾ। ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਸੱਚੀ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਹੈ ਨਾ, ਕਿਉਂਕਿ ਮੈਂ ਮਿਹਨਤ ਕਰ ਰਹੀ ਹਾਂ ਇੱਦਾਂ ਮੈਡੀਵਲ ਹਿਸਟਰੀ ਪੂਰੀ ਪੜ੍ਹਨੀ ਹੈ ਨਾ, ਅਤੇ ਫਿਰ ਸਾਰਾ ਡਾਟਾ ਇਸ ਤਰੀਕੇ ਦੇ ਨਾਲ ਲਿਖਣਾ। ਮੈਂ ਕਿਹਦੇ ਲਈ ਕਰਦੀ ਹਾਂ? ਤੁਹਾਡੇ ਲਈ ਕਰ ਰਹੀ ਹਾਂ, ਉਹ ਵੀ ਫ੍ਰੀ 'ਚ। ਠੀਕ ਆ। ਅਤੇ ਤੁਹਾਨੂੰ ਲਾਈਕ ਕਰਨ ਦਾ, ਸ਼ੇਅਰ ਕਰਨ ਦਾ, ਕਮੈਂਟ ਕਰਨ ਦਾ ਤੁਹਾਨੂੰ ਕੋਈ ਪੈਸਾ ਨਹੀਂ ਤੁਹਾਡਾ ਲੱਗਦਾ, ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਆ, ਮੈਨੂੰ ਬਹੁਤ ਐਪਰੀਸ਼ੀਏਸ਼ਨ ਮਿਲਦੀ ਆ। ਠੀਕ ਆ। ਅਤੇ ਚਲੋ ਹੁਣ ਆਪਾਂ ਜ਼ਿਆਦੀਆਂ ਗੱਲਾਂ ਨਹੀਂ ਕਰਦੇ। ਅਗਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਮੱਧਕਾਲੀਨ ਇਤਿਹਾਸ ਦੀਆਂ ਮਹੱਤਵਪੂਰਨ ਪੁਸਤਕਾਂ ਜਿਹੜੀਆਂ ਕਿ ਸਾਨੂੰ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਵਾ। ਅਤੇ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।